ਤੁਸੀਂ ਸੁਣਨ ਜਾ ਰਹੇ ਹੋ ਮੇਰਾ ਰੂਸੀ ਸਫ਼ਰਨਾਮਾ ਬਲਰਾਜ ਸਾਹਨੀ ਜੀ ਦਾ। ਪੇਟੀਆਂ ਬੰਨ੍ਹਣ ਤੇ ਖੁੱਲ੍ਹਣ ਤੀਕਰ ਹਵਾਈ ਜਹਾਜ਼ ਖੌਰੇ ਕਿੱਥੇ ਦਾ ਕਿੱਥੇ ਅੱਪੜ ਚੁੱਕਾ ਸੀ। ਉਸ ਦਾ ਮਾਹੌਲ ਵੀ ਬਦਲ ਕੇ ਕੌਮਾਂਤਰੀ ਹੋ ਗਿਆ ਸੀ ਅਤੇ ਉਸ ਅਨੁਸਾਰ ਹੋਸਟਸ ਅਤੇ ਦੂਜੇ ਕਰਮਚਾਰੀਆਂ ਦਾ ਰਵੱਈਆ ਵੀ। ਇੰਜ ਲੱਗਦਾ ਸੀ ਜਿਵੇਂ ਹਰ ਵਿਅਕਤੀ ਨੂੰ ਅਕਸ਼ਮਾਤ ਸੁਰਖਾਬ ਦਾ ਪਰ ਲੱਗ ਗਿਆ ਹੋਵੇ। ਬਰਸਰ ਨੇ ਡਰਿੰਕਸ ਦੀ ਫਹਿਰਿਸਤ ਲਿਆ ਕੇ ਅੱਗੇ ਰੱਖੀ। ਲੁਤਫ ਇਹ ਨਹੀਂ ਕਿ ਹਰ ਵੰਨਗੀ ਦੀ ਸ਼ਰਾਬ ਪੀਣ ਨੂੰ ਮਿਲੇਗੀ, ਸਗੋਂ ਇਹ ਕਿ ਪਾਣੀ ਦੇ ਮੁੱਲ ਫੇਰ ਵੀ ਸਵੇਰੇ 9:30 ਵਜੇ ਕਿਸ ਦਾ ਪੀਣ ਨੂੰ ਜੀ ਕਰੇਗਾ। ਪਰ ਸੈਰ ਦਾ ਮੂਡ ਬੰਨ੍ਹਣ ਲਈ ਅਜਿਹੀ ਅਯਾਸ਼ੀ ਕੀਤੀ ਜਾ ਸਕਦੀ ਹੈ। ਮੈਂ ਇੱਕ ਡਰਾਈ ਮਾਰਟੀਨੀ ਦਾ ਆਰਡਰ ਦੇ ਦਿੱਤਾ। ਐਨ ਜਿਸ ਵੇਲੇ ਹੋਸਟਸ ਮੇਰੇ ਲਈ ਮਾਰਟੀਨੀ ਟਰੇ ਉੱਤੇ ਰੱਖ ਕੇ ਲਿਆਈ, ਗਿਆਨੀ ਜੀ ਮੇਰੇ ਕੋਲ ਬੈਠਣ ਦੇ ਇਰਾਦੇ ਟੁਰਦੇ ਆ ਰਹੇ ਸਨ। ਜਦ ਨੇੜੇ ਆ ਕੇ ਲੀਡਰ ਦੀ ਮਸਰੂਫੀ ਦਾ ਜਾਇਜ਼ਾ ਲਿਆ ਤਾਂ ਠਿਠਕ ਗਏ। ਮੈਂ ਵੀ ਡਰਿੰਕ ਆਫਰ ਕਰਦਾ ਉਹਨਾਂ ਦੇ ਖਦੜੀ ਵੇਸ ਵੱਲ ਤੱਕ ਕੇ ਖਾਮੋਸ਼ ਹੋ ਗਿਆ। ਕਾਂਟਾ ਬਦਲ ਕੇ ਉਹ ਮੈਥੋਂ ਅਗਲੀ ਬਾਰੀ ਵਾਲੀ ਸੀਟ 'ਤੇ ਜਾ ਬੈਠੇ ਜੋ ਖਾਲੀ ਪਈ ਸੀ ਅਤੇ ਹੇਠਾਂ ਧਰਤ ਦਾ ਨਜ਼ਾਰਾ ਵੇਖਣ ਲੱਗ ਪਏ। ਕਾਂਗਰਸੀਆਂ ਦੀ ਗਾਂਧੀਵਾਦੀ ਪਾਕਸਾਜ਼ੀ ਤੋਂ ਮੈਂ ਉਤਨਾ ਹੀ ਬਿਦਕਦਾ ਹਾਂ ਜਿਤਨਾ ਆਰੀਆ ਸਮਾਜੀ ਕੱਟੜਤਾ ਤੋਂ, ਜਿਸ ਦੇ ਵਾਤਾਵਰਨ ਵਿੱਚ ਮੈਂ ਪਲਿਆ ਅਤੇ ਮੇਰੇ ਕਿੱਲਾ ਤੁੜਾ ਤੇ ਪੰਜਾਬੋਂ ਨੱਠਣ ਦੀ ਅਸਲ ਜ਼ਿੰਮੇਵਾਰ ਹੈ। ਪਰ ਉਸ ਅੰਦਰ ਬੀੜਿਆਂ ਇੱਕ ਸਾਦਗੀ ਦਾ ਅੰਸ਼ ਮੈਨੂੰ ਪ੍ਰਭਾਵਿਤ ਵੀ ਕਰਦਾ ਹੈ। ਇਸ ਦੇ ਰੂਬਰੂ ਮੈਂ ਆਪਣੇ ਹੱਥ ਵਿੱਚ ਫੜੇ ਸ਼ਰਾਬ ਦੇ ਗਲਾਸ ਨੂੰ ਵੇਖ ਕੇ ਸੋਚਣ ਤੇ ਮਜਬੂਰ ਹੋ ਜਾਂਦਾ ਹਾਂ ਕਿ ਇਸ ਨੂੰ ਪੀਣ ਦਾ ਮੈਨੂੰ ਕਿਤਨਾ ਕੁ ਅਧਿਕਾਰ ਹੈ, ਜਦ ਕਿ ਲੱਖਾਂ ਲੋਕ ਮੇਰੇ ਦੇਸ਼ ਦੇ 2 ਵਕਤ ਦੀ ਰੋਟੀ ਤੋਂ ਵੀ ਮਹਿਰੂਮ ਹਨ। ਮੈਂ ਸਮਝਦਾ ਹਾਂ ਕੇਵਲ ਮੇਰਾ ਨਹੀਂ, ਮੇਰੇ ਹਾਨ ਦੀ ਸਾਰੀ ਪੀੜ੍ਹੀ ਦਾ ਇਹੋ ਪ੍ਰਤੀਕਰਮ ਹੈ। ਸਾਨੂੰ ਲੁਕ ਕੇ ਗੁਨਾਹ ਕਰਨਾ ਜ਼ਿਆਦਾ ਪਸੰਦ ਹੈ। ਹਾਲਾਂਕਿ ਅੱਜ ਦੇ ਜ਼ਮਾਨੇ ਇੰਜ ਕਰਨ ਦੀ ਖਾਸ ਲੋੜ ਨਹੀਂ ਰਹੀ, ਜਦ ਕਿ ਖੁਦ ਕਾਂਗਰਸੀਆਂ ਲਈ ਖੱਦੜ ਮਹਿਜ਼ ਇੱਕ ਰਸਮੀ ਚਿੰਨ੍ਹ ਬਣ ਕੇ ਰਹਿ ਗਿਆ ਹੈ। ਗੁਜ਼ਰ ਗਿਆ ਹੈ वो दौर, साकी के छुपके पीते थे पीने वाले। ज़माना आया है बेहिजाबी का, ਆਮ ਦੀਦਾਰੇ ਯਾਰ ਹੋਗਾ। ਕੁਝ ਦਿਨ ਪਹਿਲਾਂ ਦੀ ਗੱਲ ਹੈ, ਇੱਕ ਸਮਾਗਮ ਵਿੱਚ ਸ਼ਰੀਕ ਹੋਇਆ ਜਿਸ ਵਿੱਚ ਇੱਕ ਮਨਿਸਟਰ ਵੀ ਮੁਅੱਜ਼ਜ਼ ਮਹਿਮਾਨ ਦੇ ਰੂਪ ਪਧਾਰੇ ਸਨ। ਰਾਤੀਂ ਉਸ ਸੰਸਥਾ ਦੇ ਸਭਾਪਤੀ ਦੇ ਘਰ ਡਿਨਰ ਸੀ। ਫਰਸ਼ 'ਤੇ ਬੈਠ ਕੇ ਅਤੇ ਥਾਲੀਆਂ ਵਿੱਚ ਖਾਣ ਦਾ ਪ੍ਰਬੰਧ ਹੋਇਆ। ਵੇਖ ਕੇ ਮੇਰੇ ਵਰਗੇ ਸੂਟ ਬੂਟ ਵਾਲਿਆਂ ਨੂੰ ਉਤਨੀ ਨਿਰਾਸ਼ਤਾ ਨਹੀਂ ਹੋਈ ਜਿਤਨੀ ਮਨਿਸਟਰ ਸਾਹਿਬ ਨੂੰ ਹੋਈ ਸੀ। ਹਾਲਾਂਕਿ ਉਹਨਾਂ ਨੇ ਗੈਰ ਮਾਮੂਲੀ ਹੱਦ ਤੱਕ ਲਿਸ਼ਕਵਾਂ ਖੱਦਰ ਦਾ ਧੋਤੀ ਕੁੜਤਾ ਅਤੇ ਗਾਂਧੀ ਟੋਪੀ ਪਾਈ ਹੋਈ ਸੀ। ਫਰਸ਼ ਪਰ ਬੈਠਣਾ ਪੜੇਗਾ, ਉਹਨਾਂ ਬਹੁਤ ਹੀ ਵਿਰਕਤ ਹੋ ਕੇ ਆਖਿਆ। कमरा छोटा था, मेज़ कुर्सियाँ बिछाने में शायद आपको तंगी महसूस, इसलिए मेज़बान ने बड़ी ही निम्रता नाल जवाब दिता। पर मंत्री जी व्यंग नाल बुल टेढ़े करके बोले, अरे भाई आजकल लोग बूफे भी तो कर लेते हैं। जहाज विच बਹਿੰਦਿਆਂ ਹੀ ਲੀਡਰ ਨੇ ਹੱਥ ਵਿੱਚ ਸ਼ਰਾਬ ਫੜ ਲਈ। ਪਤਾ ਨਹੀਂ ਗਿਆਨੀ ਜੀ 'ਤੇ ਕੀ ਪ੍ਰਭਾਵ ਪਿਆ ਹੋਵੇਗਾ, ਪਤਾ ਨਹੀਂ ਕਿਵੇਂ ਗੁਜ਼ਰਾਨ ਹੋਵੇਗੀ ਉਹਨਾਂ ਦੇ ਨਾਲ। ਅਜੇ ਮੈਂ ਇਹ ਗੱਲ ਸੋਚ ਹੀ ਰਿਹਾ ਸਾਂ ਕਿ ਗਿਆਨੀ ਜੀ ਨੇ ਸੀਟ ਅਤੇ ਬਾਰੀ ਵਿਚਕਾਰ ਦੀ ਵਿਰਲ ਵਿੱਚੋਂ ਝਾਤੀ ਮਾਰ ਕੇ ਕਿਹਾ, ਬਲਦੇਵ ਰਾਜ ਜੀ, ਅਸੀਂ ਪਾਕਿਸਤਾਨ ਦੇ ਉੱਤੋਂ ਦੀ ਉੱਡ ਕੇ ਜਾਵਾਂਗੇ ਕਿ ਨਹੀਂ? ਖਿਆਲ ਤਾਂ ਨਹੀਂ ਗਿਆਨੀ ਜੀ, ਮੈਂ ਸੁਣਿਆ ਪਹਿਲਾਂ ਏਅਰ ਇੰਡੀਆ ਦਾ ਵਿਮਾਨ ਪਾਕਿਸਤਾਨ ਤੋਂ ਹੋ ਕੇ ਜਾਂਦਾ ਸੀ, ਪਰ ਹੁਣ ਨਹੀਂ ਜਾਂਦਾ। ਪਰ ਇਹ ਹੇਠਾਂ ਗੁਰੂ ਕਾ ਪਤਾ ਨਹੀਂ ਹੈਗਾ, ਦਿਸਦਾ ਤਾਂ ਉਹੀ ਹੈ। ਮੈਂ ਵੀ ਬਾਰੀ 'ਚੋਂ ਹੇਠਾਂ ਵੇਖਣ ਲੱਗ ਪਿਆ, ਪਰ ਪਛਾਣਦਾ ਕਿਵੇਂ, ਜਦ ਕਿ ਗੁਰੂ ਕਾ ਪਤਨ ਮੈਂ ਵੇਖਿਆ ਹੋਇਆ ਹੀ ਨਹੀਂ ਸੀ। ਹੁਣ ਮੈਨੂੰ ਗਿਆਨੀ ਜੀ ਕਾਂਗਰਸੀ ਦੀ ਥਾਂ ਇੱਕ ਟਾਹਣੀ ਨਾਲ ਲੱਗੇ ਹੋਏ ਪੰਜਾਬੀ ਦੇ ਰੂਪ ਦਿਸਣ ਅਤੇ ਚੰਗੇ ਚੰਗੇ ਲੱਗਣ ਲੱਗ ਪਏ। ਮੈਂ ਆਪ ਟਾਹਣੀ ਤੋਂ ਕੱਟਿਆ ਹੋਇਆ ਸਾਂ। ਜਲੰਧਰ ਇਸ ਹਿਸਾਬ ਨਾਲ ਉੱਧਰ ਖੱਬੇ ਵੱਲ ਆਵੇਗਾ। ਬਲਦੇਵ, ਮੈਂ ਕਿਹਾ ਬਲਰਾਜ ਜੀ, ਇਹ ਤਾਂ ਅਸੀਂ ਪਾਕਿਸਤਾਨ ਵਿੱਚ ਦਾਖਲ ਹੋ ਰਹੇ ਜੇ। ਐਨ ਉਸੇ ਵੇਲੇ ਲਾਊਡ ਸਪੀਕਰ ਦੇ ਜਹਾਜ਼ ਦੇ ਕਪਤਾਨ ਦੀ ਆਵਾਜ਼ ਆਈ, ਲੇਡੀਜ਼ ਐਂਡ ਜੈਂਟਲਮੈਨ, ਇਨ ਅ ਫਿਊ ਮਿਨਟਸ ਵੀ ਸ਼ੈਲ ਬੀ ਪਾਸਿੰਗ ਦੀ ਸਿਟੀ ਆਫ ਲਾਹੌਰ ਔਨ ਓਵਰ ਰਾਈਟ। ਗਿਆਨੀ ਜੀ ਆਪਣੀ ਸੀਟ ਤੋਂ ਉੱਠ ਕੇ ਬੇਚੈਨੀ ਨਾਲ ਕਦੇ ਸੱਜੇ ਅਤੇ ਕਦੇ ਖੱਬੇ ਵੱਲ ਦੀਆਂ ਬਾਰੀਆਂ ਵਿੱਚੋਂ ਝਾਤਾਂ ਮਾਰਨ ਲੱਗ ਪਏ। ਮੈਂ ਵੀ ਛੇਤੀ ਛੇਤੀ ਸ਼ਬਨਮ ਨੂੰ ਜਨਮ ਦਿਨ ਦੀਆਂ ਸ਼ੁਭ ਇੱਛਾਵਾਂ ਦਿੰਦੇ ਇੱਕੋ ਡੀਕ ਮਾਰਟੀਨੀ ਖਤਮ ਕੀਤੀ ਅਤੇ ਉਹਨਾਂ ਦਾ ਅਨੁਗਾਮੀ ਬਣ ਗਿਆ।
ਲਾਹੌਰ ਨੂੰ ਅਸੀਂ ਉਡੀਕਦੇ ਹੀ ਰਹਿ ਗਏ, ਨਹੀਂ ਆਇਆ। ਉਸ ਦੀ ਥਾਂ ਇੱਕ ਗੋਲ ਜਿਹੇ ਸ਼ਹਿਰ ਦਾ ਆਕਾਰ ਨਜ਼ਰੀ ਪਿਆ। ਇਹ ਤਾਂ ਲਾਇਲਪੁਰ ਨਹੀਂ ਜੀ, ਗਿਆਨੀ ਜੀ ਨੇ ਕਿਹਾ। ਆਹੋ ਜੀ, ਇਹ ਤਾਂ ਲਾਇਲਪੁਰ ਹੀ ਏ, ਇਸ ਵਾਰ ਮੈਂ ਦਾਅਵੇ ਨਾਲ ਕਿਹਾ। ਅਜੇ 2 ਸਾਲ ਹੀ ਤਾਂ ਹੋਏ ਸਨ। ਲਾਹੌਰੋਂ ਬੱਸ ਵਿੱਚ ਝੰਗ ਜਾਂਦਿਆਂ ਮੈਂ ਲਾਇਲਪੁਰ ਦਾ ਵੀ ਗੇੜਾ ਮਾਰਿਆ ਸੀ। ਗਿਰਦੋ ਨਵਾਂ ਵਿੱਚ ਕੱਲਰ ਤੇ ਸੇਮ ਖਾਦੀਆਂ ਜ਼ਮੀਨਾਂ ਵੀ ਨਜ਼ਰ ਆਈਆਂ। ਥੋੜ੍ਹੇ ਹੀ ਚਿਰ ਪਿੱਛੋਂ ਚਨਾਹ ਦੇ ਦਰਸ਼ਨ ਆਨ ਹੋਏ ਅਤੇ ਵਾਰਿਸ ਸ਼ਾਹ ਦਾ ਵਾਕ ਯਾਦ ਆਇਆ। ਲਾਲ ਚਰਖੜਾ ਡਾ ਕੇ ਛੋਪ ਪਾਈਏ, ਕਿੱਡੇ ਸੋਹਣੇ ਗੀਤ ਚਨਾਹ ਦੇ ਨੇ। ਝਟਕੂ ਪਿੱਛੋਂ ਇੱਕ ਹੋਰ ਦਰਿਆ ਨੇੜੇ ਸੜਕਦਾ ਆਇਆ। ਮੇਰੇ ਅਨੁਸਾਰ ਵਿੱਚ ਇਹ ਅਵਸ਼ ਜਹਿਲਮ ਸੀ, ਕਿਉਂਕਿ ਗੱਡੀ ਤੇ ਪਿੰਡੀਓਂ ਲਾਹੌਰ ਜਾਂਦਿਆਂ ਜਹਿਲਮ ਤੋਂ ਮਸਾਂ 24 ਕੁ ਮੀਲ ਦੀ ਵਾਟ ਤੇ ਚਨਾਹ ਪੈਂਦਾ ਸੀ, ਗੁਜਰਾਤ ਅਤੇ ਵਜ਼ੀਰਾਬਾਦ ਦੇ ਵਿਚਕਾਰ। ਪਰ ਗਿਆਨੀ ਜੀ ਕਹਿਣ ਲੱਗੇ, ਜਹਿਲਮ ਇਤਨਾ ਛੋਟਾ ਨਹੀਂ ਹੋ ਸਕਤਾ, ਇਹ ਤਾਂ ਕੋਈ ਨਹਿਰ ਜਾਪਦੀ ਹੈ। ਮੈਂ ਉਹਨਾਂ ਨੂੰ ਪੰਜਾਬੀ ਦਾ ਹੀ ਨਹੀਂ, ਪੰਜਾਬ ਦਾ ਵਿਗਿਆਨੀ ਧਾਰ ਚੁੱਕਿਆ ਸਾਂ। ਜੇ ਉਹ ਆਖਦੇ ਹਨ ਨਹੀਂ ਤਾਂ ਕਿਸੇ ਸੂਰਤ ਜਹਿਲਮ ਨਹੀਂ ਹੋ ਸਕਦਾ। ਫਿਰ ਥੋੜ੍ਹੇ ਚਿਰ ਪਿੱਛੋਂ ਇੱਕਦਮ ਰੇਤਲਾ ਤੇ ਵੀਰਾਨ ਇਲਾਕਾ ਸ਼ੁਰੂ ਹੋ ਗਿਆ, ਸੱਸੀ ਦੇ ਮਾਰੂਥਲ ਵਰਗਾ। ਨਾਜ਼ਕ ਪੈਰ ਮਲੂਕ ਸੱਸੀ ਦੇ ਮਹਿੰਦੀ ਨਾਲ ਸ਼ਿੰਗਾਰੇ, ਆਸ਼ਕ ਵੇਖ ਰਹੇ ਇੱਕ ਵਾਰੀ ਜਿਉਂ ਤਿੰਨਾ ਪਰਵਾਰੇ। ਬਾਲੂ ਰੇਤ ਤਪੇ ਵਿੱਚ ਥਲਦੇ, ਜੋਂ ਭੁੱਜਣ ਪਠਿਆਰੇ। ਹਾਸ਼ਮ ਵੇਖ ਯਕੀਨ ਸੱਸੀ ਦਾ, ਸਿਦਕੋ ਮੂਲ ਨਾ ਹਾਰੇ। ਬੇਪਛਾਣ ਇਲਾਕਾ ਸੀ। ਯਕੀਨਨ ਜਹਾਜ਼ ਜਨੂਬੀ ਪੰਜਾਬ ਵੱਲੋਂ ਹੋ ਕੇ ਜਾ ਰਿਹਾ ਸੀ। ਠੀਕ ਕਿਹੜਾ ਇਲਾਕਾ ਸੀ? ਸ਼ਹਿਰ ਤੇ ਕਸਬੇ ਕਿਹੜੇ ਪਏ ਦਿਸਦੇ ਸਨ, ਗਾਏ ਬਗਾਏ। ਕਿਤੇ ਝੰਗ ਇਹਨਾਂ ਵਿੱਚੋਂ ਹੀ ਤਾਂ ਨਹੀਂ? ਅੰਜੁਮ ਤੱਕੀ, ਫਤਿਹ ਖਾਨ ਸਿਆਲ, ਸ਼ੇਰ ਅਲੀ ਜ਼ਾਫਰੀ, ਸ਼ਾਰਿਬ ਅੰਸਾਰੀ, ਪਰਾਰ ਸਾਲ ਪਾਕਿਸਤਾਨ ਦਾ ਸਫ਼ਰ ਕਰਦਿਆਂ ਉੱਥੇ ਕਿਤਨੇ ਮਿੱਠੇ ਯਾਰ ਬਣਾਏ ਸਨ। ਜੇ ਉਹਨਾਂ ਨੂੰ ਪਤਾ ਹੋਵੇ ਕਿ ਮੈਂ ਉੱਤੋਂ ਦੀ ਉੱਡ ਕੇ ਲੰਘ ਰਿਹਾ ਹਾਂ ਤਾਂ ਕਮ ਸੇ ਕਮ ਮੂੰਹ ਉਤਾਂਹ ਚੁੱਕ ਕੇ ਵੇਖਣ ਤਾਂ ਸਹੀ। ਕਾਬਲ ਵੱਲੋਂ ਜਾਣਾ ਹੈ ਤਾਂ ਪਿੰਡੀ ਪਿਸ਼ੌਰ ਵੀ ਜ਼ਰੂਰ ਦਿਸਣਗੇ। ਤੁਸੀਂ ਤਾਂ ਸਿਆਣ ਹੀ ਲਓਗੇ। ਪਿੰਡੀ ਨੂੰ ਤਾਂ ਜੀ ਮੈਂ ਅੱਖਾਂ ਨੂਟ ਕੇ ਸਿਆਣ ਲਵਾਂ। ਮੇਰਾ ਜਵਾਬ ਸੁਣ ਕੇ ਗਿਆਨੀ ਜੀ ਮੇਰੇ ਵੱਲ ਇੰਜ ਦੇਖ ਰਹੇ ਸਨ ਜਿਵੇਂ ਨੂਟ ਸ਼ਬਦ ਨੂੰ ਮੇਰੇ ਦਿਲ ਦਾ ਹਾਲ ਪਛਾਣ ਰਹੇ ਹੋਣ। ਹਵਾਈ ਜਹਾਜ਼ ਦੇ ਵਿੱਚੋਂ ਵਿੱਚ ਖੜੇ ਸਾਂ ਦੋਵੇਂ। ਉਸ ਵੇਲੇ ਸਾਡੇ ਆਸੇ-ਪਾਸੇ ਕੇਰਲਾ ਅਤੇ ਤਮਿਲਨਾਡੂ ਦੇ ਪੱਤਰਕਾਰਾਂ ਦਾ ਇੱਕ ਡੈਲੀਗੇਸ਼ਨ ਸੱਜਿਆ ਹੋਇਆ ਸੀ, ਜੋ ਸੋਵੀਅਤ ਪੱਤਰਕਾਰਾਂ ਦੀ ਕਿਸੇ ਸੰਸਥਾ ਦੇ ਮਹਿਮਾਨ ਬਣ ਕੇ ਜਾ ਰਹੇ ਸਨ। ਕੁਝ ਵਰ੍ਹੇ ਪਹਿਲਾਂ ਕੇਰਲ ਦੀ ਸੈਰ ਕਰਦਿਆਂ ਮੈਂ ਇਹਨਾਂ ਵਿੱਚੋਂ 2-3 ਸੱਜਣਾਂ ਨੂੰ ਮਿਲਿਆ ਵੀ ਸਾਂ। ਇੱਕ ਸਨ ਤਮਿਲਨਾਡੂ ਦੇ ਸੁਪ੍ਰਸਿੱਧ ਕਮਿਊਨਿਸਟ ਨੇਤਾ ਸ਼੍ਰੀ ਬਾਲਡੰਡਾ ਯੁਧਮ। ਇਹਨਾਂ ਨੂੰ ਮੈਂ ਹਿੰਦੂਆਂ ਦੇ ਮਸ਼ਹੂਰ ਤੀਰਥ ਸਥਾਨ ਮਦੁਰਾਈ ਵਿਖੇ ਇਸਕਸ ਦੀ ਇੱਕ ਕਾਨਫਰੰਸ ਵਿੱਚ ਮਿਲਿਆ ਸਾਂ। ਜੇ ਮੈਂ ਗਲਤੀ ਨਹੀਂ ਕਰਦਾ ਤਾਂ ਉਹ ਉਦੋਂ ਨਵੇਂ ਜੇਲੋਂ ਰਿਹਾ ਹੋਏ ਸਨ, 12-13 ਵਰ੍ਹਿਆਂ ਦੀ ਲੰਮੀ ਕੈਦ ਭੁਗਤ ਕੇ। ਸਨ 1947 ਵਿੱਚ ਕਮਿਊਨਿਸਟ ਪਾਰਟੀ ਦੇ ਨਹਿਰੂ ਸਰਕਾਰ ਖਿਲਾਫ ਐਲਾਨੇ ਜੰਗ ਕਰ ਦਿੱਤਾ ਸੀ। ਤਰ੍ਹਾਂ ਦੇ ਫਤੂਰ ਵਾਪਰੇ ਸਨ ਉਦੋਂ, ਅਤੇ ਦੋਸ਼ੀਆਂ ਭਾਵੇਂ ਬੇਦੋਸ਼ੀਆਂ ਇੱਕ ਦੀ ਗਿਰਫਤ ਵਿੱਚ ਇਹ ਵੀ ਆ ਗਏ ਸਨ। ਪਰ ਉਹਨਾਂ ਦੇ ਮਲੂਕ ਵੀ ਬੇਕਸ਼ਿਲ ਅਤੇ ਉੱਚ ਕਿਰਦਾਰ ਨੂੰ ਹਮੇਸ਼ਾ ਉਹਨਾਂ ਦੇ ਦੁਸ਼ਮਣਾਂ ਨੇ ਵੀ ਤਸਲੀਮ ਕੀਤਾ ਹੈ। ਵਤਨ ਪਿਆਰ ਦੀ ਝੋਂਕ ਵਿੱਚ ਆਇਆ ਹੋਇਆ ਮੈਂ ਉਹਨਾਂ ਸਾਰਿਆਂ ਨੂੰ ਸੰਬੋਧਨ ਕਰਨ ਲੱਗ ਪਿਆ। ਇਹ ਮੇਰੀ ਧਰਤ, ਮੇਰੀ ਮਾਤ ਭੂਮ, ਜਿਸ ਉੱਪਰੋਂ ਅਸੀਂ ਹੁਣ ਲੰਘ ਰਹੇ ਹਾਂ। ਹੁਣ ਇਹ ਪਾਕਿਸਤਾਨ ਵਿੱਚ ਏ। ਸਾਰਿਆਂ ਨੇ ਮੇਰਾ ਦਿਲ ਰੱਖਣ ਲਈ ਹੇਠਾਂ ਇੱਕ ਵਾਰ ਹੋਰ ਨਜ਼ਰ ਮਾਰ ਲਈ, ਪਰ ਸਰਹਾਨਾ ਦਾ ਕੋਈ ਸ਼ਬਦ ਉਹਨਾਂ ਦੇ ਮੂੰਹੋਂ ਨਾ ਨਿਕਲਿਆ। ਮੈਂ ਦਿਲ ਹੀ ਦਿਲ ਵਿੱਚ ਉਹਨਾਂ ਨੂੰ ਬੜਾ ਝਿਣਕਿਆ। ਜਿਤਨੇ ਦਿਨ ਕੇਰਲਾ ਰਿਹਾ ਸਾਂ, ਉਹਨਾਂ ਦੇ ਦੇਸ਼ ਦੀ ਸੁੰਦਰਤਾ ਦਾ ਅਖੰਡ ਪਾਠ ਜਾਰੀ ਰੱਖਿਆ ਸੀ। ਇਹਨਾਂ ਕੋਲ ਮੇਰੇ ਜਨਮ ਭੂਮੀ ਲਈ ਇੱਕ ਚੱਜ ਦਾ ਸ਼ਬਦ ਵੀ ਨਹੀਂ, ਪਰ ਉਹ ਤਾਰੀਫ ਕਰਦੇ ਵੀ ਕਿਸ ਚੀਜ਼ ਦੀ ਕਰਦੇ ਵਿਚਾਰੇ। ਕੇਵਲ ਰੇਗਿਸਤਾਨ ਹੀ ਤਾਂ ਪਿਆ ਨਜ਼ਰ ਆਉਂਦਾ ਸੀ ਹੇਠਾਂ। ਬਾਲ ਡੰਡਾ ਯੁਧਮ ਨੇ ਕਿਹਾ, ਬੜਾ ਖੁਸ਼ਕ ਇਲਾਕਾ ਹੈ, ਇੱਥੇ ਤਾਂ ਬੜੀ ਸਖਤ ਗਰਮੀ ਹੋਵੇਗੀ। ਗਰਮੀ, ਮੈਂ ਹੱਸ ਕੇ ਕਿਹਾ, ਇਹਨਾਂ ਦਿਨਾਂ ਵਿੱਚ ਇੱਥੇ ਇਤਨੀ ਸਰਦੀ ਪੈਂਦੀ ਹੈ ਕਿ ਧੁੱਪੇ ਓਵਰਕੋਟ ਪਾ ਕੇ ਬੈਠੋ ਫਿਰ ਵੀ ਠੰਡ ਲੱਗਦੀ ਰਹੇ। ਇਹ ਉੱਤਰ ਪੱਛਮੀ ਸਰਹੱਦ ਦਾ ਇਲਾਕਾ ਹੈ। ਤੁਹਾਡੇ ਦੇਸ਼ ਨਾਲੋਂ ਇੱਥੋਂ ਦੇ ਐਟੀਚਿਊਡ ਦਾ ਬੜਾ ਫਰਕ ਹੈ। ਡੀਂਗ ਤਾਂ ਮਾਰ ਦਿੱਤੀ, ਪਰ ਤਸੱਲੀ ਖੁਦ ਆਪਣੇ ਮਨ ਨੂੰ ਨਹੀਂ ਸੀ। ਜੇ ਗਿਆਨੀ ਜੀ ਦਾ ਹਿਸਾਬ ਠੀਕ ਸੀ
ਤਾਂ ਹੁਣ ਪੋਠੋਹਾਰ ਦਾ ਇਲਾਕਾ ਸ਼ੁਰੂ ਹੋ ਜਾਣਾ ਚਾਹੀਦਾ ਸੀ। ਪੋਠੋਹਾਰ ਪਹਾੜੀ ਅਵਸ਼ ਹੈ, ਧਰਤ ਵੀ ਉਸਦੀ ਲਾਲ ਹੈ, ਪਰ ਇਤਨਾ ਬੰਜਰ ਤਾਂ ਨਹੀਂ। ਬਾਲ ਡੰਡਾ ਯੁਧਮ ਨੇ ਸ਼ੱਕੀ ਜਿਹੀ ਹਾਂ ਵਿੱਚ ਸਿਰ ਹਿਲਾ ਕੇ ਪੁੱਛਿਆ, ਹਿਮਾਲਾ ਕਿੱਥੇ ਹੈ? ਮੈਂ ਦੂਰ ਉਫਕ ਕੇ ਉਭਰੀ ਨੀਲੀ ਲਕੀਰ ਜਿਹੀ ਵੱਲ ਇਸ਼ਾਰਾ ਕੀਤਾ। ਬਸ ਥੋੜੀ ਦੇਰ ਵਿੱਚ ਬਰਫ਼ ਲੱਦੇ ਪਹਾੜ ਤੁਹਾਨੂੰ ਸਾਫ਼ ਨਜ਼ਰ ਆਉਣ ਲੱਗ ਪੈਣਗੇ। 10 ਮਿੰਟ ਹੋਰ ਲੰਘ ਗਏ ਪਰ ਪਹਾੜ ਨਜ਼ਰ ਨਾ ਆਏ। ਜੇਹਲਮ ਦੇ ਨੇੜੇ ਪੁੱਜ ਕੇ ਤਾਂ ਕੋਮਹਰੀ ਕਸ਼ਮੀਰ ਦੇ ਪਹਾੜ ਸਾਫ਼ ਨਜ਼ਰ ਆ ਜਾਣੇ ਚਾਹੀਦੇ ਸਨ। ਅੱਜ ਉਹ ਕਿੱਥੇ ਚਲੇ ਗਏ? ਮੈਂ ਬਾਲ ਡੰਡਾ ਯੁਧਮ ਕੋਲੋਂ ਸਰਕ ਜਾਣਾ ਹੀ ਮੁਨਾਸਬ ਸਮਝਿਆ। ਪੰਜਾਬੀਆਂ ਦੇ ਅਕਲੀਪਨ ਦੀ ਉਂਝ ਵੀ ਦੁਨੀਆ ਬਹੁਤੀ ਕਾਇਲ ਨਹੀਂ। ਜੇ ਹੋਰ ਉਸਨੂੰ 5 ਮਿੰਟ ਪਹਾੜ ਨਾ ਦਿਸੇ ਤਾਂ ਆਪਣਾ ਪੱਠਾ ਉੱਕਾ ਹੀ ਬੈਠ ਜਾਏਗਾ। ਇਤਨੇ ਵਿੱਚ ਗਿਆਨੀ ਜੀ ਵੱਡਾ ਸਾਰਾ ਨਕਸ਼ਾ ਹੱਥ ਵਿੱਚ ਫੜੀ ਆਂਦੇ ਦਿਸੇ। ਇਸ ਉੱਪਰ ਉਡਾਰੀ ਦੀ ਰੂਟ ਲਾਲ ਲਕੀਰ ਦੇ ਉੱਪਰ ਵਿੱਚ ਖਿੱਚੀ ਹੋਈ ਸੀ। ਇਹਨੂੰ ਵੇਖ ਕੇ ਮਾਲੂਮ ਹੋਇਆ ਕਿ ਜਿਸਨੂੰ ਗਿਆਨੀ ਜੀ ਨੇ ਨਹਿਰ ਕਿਹਾ ਸੀ ਉਹ ਵਾਕਈ ਜੇਹਲਮ ਸੀ, ਅਤੇ ਜਿਸ ਨੂੰ ਅਸੀਂ ਜੇਹਲਮ ਸਮਝ ਕੇ ਟੁਰੇ ਸਾਂ ਉਹ ਸਿੰਧ ਦਰਿਆ ਸੀ। ਮੈਂ ਨਿਰਾਸ਼ ਜਿਹਾ ਹੋ ਕੇ ਸੀਟ ਤੇ ਬਹਿ ਗਿਆ। ਅਚਾਨਕ ਜਹਾਜ਼ ਨੇ ਬੜਾ ਤਿੱਖਾ ਮੋੜ ਭੰਨਿਆ ਅਤੇ ਸੱਜੇ ਵੱਲ ਨੂੰ ਤੀਰ ਵਾਂਗ ਸਿੱਧਾ ਉੱਡਣ ਲੱਗ ਪਿਆ। ਗੱਲ ਕੁਝ ਸਮਝ ਵਿੱਚ ਆਉਣ ਲੱਗ ਪਈ। ਰਾਵਲਪਿੰਡੀ, ਗੁਜਰਾਤ, ਪਸ਼ੌਰ ਆਦਿ ਪਾਕਿਸਤਾਨ ਦੀਆਂ ਅਹਿਮ ਛਾਵਣੀਆਂ ਸਨ। ਇਸੇ ਕਰਕੇ ਪਾਕਿਸਤਾਨੀ ਹਕੂਮਤ ਦੀ ਇੱਛਾ ਅਨੁਸਾਰ ਵਿਮਾਨ ਜਨੂਬ ਪਾਸੇ ਵਾਲਿਓਂ ਬਹੁਤ ਸਾਰਾ ਵਲਾਕ ਪਾ ਕੇ ਉਡਾਇਆ ਹੋਵੇਗਾ, ਪਰ ਪਿੰਡੀ ਨੂੰ ਅੱਖਾਂ ਨੂਟ ਕੇ ਪਛਾਣਨ ਦੀ ਕੋਈ ਲੋੜ ਬਾਕੀ ਨਹੀਂ ਸੀ ਰਹਿ ਗਈ। ਪਰ ਹੁਣ ਹੌਲੀ-ਹੌਲੀ ਉਫਕ ਦੀ ਨੀਲੀ ਧੁੰਦ ਇੱਕ ਜਾਣੀ ਪਛਾਣੀ ਪਰਬਤ ਮਾਲ ਦਾ ਰੂਪ ਧਾਰਨ ਕਰਨ ਲੱਗ ਪਈ। ਸਿਖਰਾਂ ਤੋਂ ਬਰਫਾਂ ਸਾਫ਼ ਦਿਖਾਈ ਦੇਣ ਲੱਗ ਪਈਆਂ। ਨਿਰਸੰਦੇਹ ਇਹਨਾਂ ਦੇ ਹੀ ਕਦਮਾਂ ਵਿੱਚ ਕਿਤੇ ਨਾ ਕਿਤੇ ਮੇਰੀ ਰਾਵਲਪਿੰਡੀ ਲੇਟੀ ਹੋਈ ਸੀ। ਇੰਜ ਦਿਸਿਆ ਜਿਵੇਂ ਉਹ ਵੀ ਮੇਰੇ ਵੱਲ ਖਿੱਚੇ ਆਉਣ ਲਈ ਤੜਪ ਰਹੀ ਹੋਵੇ। ਹੁਣ ਵਧੇਰੇ ਵਸੂਕ ਨਾਲ ਮੈਂ ਫੇਰ ਬਾਲ ਡੰਡਾ ਯੁਧਮ ਕੋਲ ਜਾ ਪੁੱਜਿਆ। ਆਓ ਵੇਖੋ ਹਿਮਾਲੇ ਪਹਾੜ, ਇਹਨਾਂ ਦੇ ਐਨ ਦਾਮਨ ਵਿੱਚ ਮੇਰਾ ਜਨਮ ਸਥਾਨ ਹੈ ਰਾਵਲਪਿੰਡੀ। ਬੜਾ ਹੀ ਸੁੰਦਰ ਅਤੇ ਸਰਸਬਜ਼ ਇਲਾਕਾ ਹੈ ਇਹ। ਪਰ ਬਾਲ ਡੰਡਾ ਯੁਧਮ ਨੇ ਇਸ ਵਾਰੀ ਵੀ ਮੈਨੂੰ ਨਿਰਾਸ਼ ਹੀ ਕੀਤਾ। ਗੱਲ ਨੂੰ ਕਿਸੇ ਹੋਰ ਹੀ ਪਾਸੇ ਲੈ ਗਿਆ। ਬੋਲੇ, ਅਯੂਬ ਖਾਨ ਜੇ ਚੋਣ ਵਿੱਚ ਹਾਰ ਗਿਆ ਤਾਂ ਇਸ ਇਲਾਕੇ ਦੀ ਸਿਆਸੀ ਹਾਲਤ ਜ਼ਰੂਰ ਸੁਧਰੇਗੀ, ਪਰ ਹਾਰਨ ਦੀ ਉਮੀਦ ਘੱਟ ਹੈ। ਸੋਚਣ ਲੱਗ ਪਿਆ, ਵਤਨ ਪਿਆਰ ਵੀ ਕਿਤੇ ਕੋਈ ਵਹਿਮ ਹੀ ਤਾਂ ਨਹੀਂ, ਕੋਈ ਰੋਗ ਜੋ ਬੰਦਾ ਖਾਮਖਾ ਆਪਣੇ ਆਪ ਨੂੰ ਚਮੋੜ ਲੈਂਦਾ ਹੈ। ਮੇਰੀ ਮਾਂ ਨੂੰ ਉਸਦੀ ਦਦੀ ਯਾਨੀ ਮੇਰੀ ਪੜਦਾਦੀ, ਜਿਸ ਦਾ ਨਾਂ ਖੁਰਮੀ ਸੀ, ਦੱਸਦੀ ਹੁੰਦੀ ਸੀ ਕਿ ਸਾਡਾ ਪਰਿਵਾਰ ਪਹਿਲਾਂ ਕਾਬਲ ਵਸਦਾ ਹੁੰਦਾ ਸੀ। ਪਠਾਨਾਂ ਨੂੰ ਖੌਰੇ ਕਿਸ ਗੱਲੋਂ ਕੋੜ ਚੜੀ। ਖੋਲਦੇ ਤੇਲ ਵਿੱਚ ਭਿਓਈਆਂ ਬਹੁਕਰਾਂ ਦੇ ਛੰਦੇ ਮਾਰ ਕੇ ਉਹਨਾਂ ਕਾਬਲੋਂ ਹਿੰਦੂਆਂ ਸਿੱਖਾਂ ਨੂੰ ਨਠਾ ਦਿੱਤਾ। ਮਰਦੇ ਖਪਦੇ ਲੋਕੀ ਪਹਿਲਾਂ ਪਸ਼ੌਰ ਅਤੇ ਫਿਰ ਪੰਜਾਬ ਦੇ ਹੋਰਨਾਂ ਸ਼ਹਿਰ ਵਿੱਚ ਜਾ ਪਏ। ਸਾਡਾ ਖਾਨਦਾਨ ਭੇਰੇ ਜਾ ਵਸਿਆ। ਫਿਰ ਮੇਰੇ ਦਾਦੇ ਹੋਰਾਂ ਦੇ ਵੇਲੇ ਅਸੀਂ ਪਿੰਡੀ ਆ ਗਏ। ਪਿੰਡੀ ਆ ਕੇ ਵੀ ਬਜ਼ੁਰਗਾਂ ਦਾ ਭੇਰੇ ਨਾਲ ਇਤਨਾ ਪਿਆਰ ਬਣਿਆ ਰਿਹਾ ਕਿ ਸ਼ਾਦੀ ਵਿਆਹ ਉੱਥੇ ਹੀ ਜਾ ਕੇ ਕੀਤੇ ਜਾਂਦੇ ਸਨ। ਮੇਰੀ ਪੀੜੀ ਨੂੰ ਭੇਰਾ ਭੁੱਲਿਆ ਤੇ ਸਾਰੇ ਦਾ ਸਾਰਾ ਪਿਆਰ ਪਿੰਡੀ ਨਾਲ ਪੈ ਗਿਆ। ਵੰਡ ਤੋਂ ਬਾਅਦ ਕੋਈ ਘਰ ਦਾ ਜੀ ਦਿੱਲੀ, ਕੋਈ ਦੇਹਰਾਦੂਨ ਤੇ ਕੋਈ ਬੰਬਈ ਬੈਠਾ ਮੈਂ ਹਾਲੇ ਵੀ ਪਿੰਡੀ ਦੇ ਨਾਂ ਦੀ ਮਾਲਾ ਜਪਦਾ ਰਹਿੰਦਾ ਹਾਂ। ਪਰ ਮੇਰੇ ਬੱਚਿਆਂ ਨੂੰ ਪਿੰਡੀ ਛੱਡ ਕੇ ਪੰਜਾਬ ਨਾਲ ਵੀ ਕੋਈ ਵਿਸ਼ੇਸ਼ ਉਨਸ ਨਹੀਂ। ਨਾਰੀਅਲ ਦੇ ਪੇੜ ਵੇਖ ਕੇ ਮੈਨੂੰ ਹਾਲੇ ਵੀ ਥੋੜੀ ਅਲਖਤ ਆਉਂਦੀ ਹੈ। ਨਿੱਕਿਆਂ ਹੁੰਦਿਆਂ ਪਾਨਾਂ ਵਾਲਿਆਂ ਦੀ ਦੁਕਾਨਾਂ ਤੇ ਪਿੰਡੀ ਇਹਨਾਂ ਨਾਰੀਅਲ ਦੇ ਪੇੜਾਂ ਦੀਆਂ ਤਸਵੀਰਾਂ ਵਾਲੇ ਕੈਲੰਡਰ ਟੰਗੇ ਹੋਏ ਵੇਖਦਾ ਹੁੰਦਾ ਸਾਂ। ਇਹਨਾਂ ਦਾ ਅਕਸ ਝੀਲ ਵਿੱਚ ਪੈ ਰਿਹਾ ਹੁੰਦਾ ਸੀ, ਚੰਨ ਦੀ ਚਾਂਦਨੀ ਵਿੱਚ, ਅਤੇ ਇੱਕ ਕਿਸ਼ਤੀ ਉੱਪਰ ਪ੍ਰੇਮੀਆਂ ਦਾ ਜੋੜਾ। ਬੜੀ ਨਕਲੀ ਜਿਹੀ ਤਸਵੀਰ ਹੁੰਦੀ ਸੀ ਇਹ, ਅਤੇ ਮੇਰਾ ਖਿਆਲ ਬਣ ਗਿਆ ਸੀ ਕਿ ਇਹੋ ਜਿਹੇ ਝਾੜ ਕੇਵਲ ਘਟੀਆ ਕਿਸਮ ਦੇ ਚਿੱਤਰਕਾਰਾਂ ਦੀ ਕਲਪਨਾ ਵਿੱਚ ਹੀ ਹੁੰਦੇ ਹਨ, ਅਸਲ ਵਿੱਚ ਨਹੀਂ। ਪਰ ਮੇਰਿਆਂ ਬੱਚਿਆਂ ਦੀ ਨਿਗਾਹ ਵਿੱਚ ਨਾਰੀਅਲ ਸਭ ਤੋਂ ਖੂਬਸੂਰਤ ਦਰਖਤ ਹੈ। ਉਹ ਮੈਨੂੰ ਟਾਹਲੀ ਜਾਂ ਝੀੜ ਉੱਪਰ ਰਿੱਝਦਿਆਂ ਵੇਖ ਕੇ ਸਖਤ ਹੈਰਾਨ ਹੁੰਦੇ ਹਨ। ਭਲਾ ਅਜਿਹੇ ਕਰੂਪ ਰੁੱਖਾਂ ਨਾਲ ਕੋਈ ਕਿਵੇਂ ਪਿਆਰ ਕਰ ਸਕਦਾ ਹੈ? ਇੱਕ ਸਦੀ ਦੇ ਦੌਰਾਨ ਸਾਡਾ ਪਰਿਵਾਰ ਖੌਰੇ ਕਿਤਨੀ ਵਾਰੀ ਵਸਿਆ ਤੇ ਉਜੜਿਆ, ਕਿੱਥੋਂ ਦਾ ਕਿੱਥੇ ਪੁੱਜ ਗਿਆ। ਕੀ ਪਤਾ ਉਸ ਤੋਂ ਪਹਿਲਾਂ ਦੀਆਂ ਸਦੀਆਂ
ਵਿੱਚ ਕੀ ਹੋਇਆ ਅਤੇ ਅੱਗੋਂ ਕੀ ਹੋਣ ਵਾਲਾ ਹੈ। ਕੋਈ ਚੀਜ਼ ਵੀ ਤਾਂ ਇੱਕ ਥਾਂ ਟਿਕ ਕੇ ਨਹੀਂ ਰਹਿੰਦੀ। ਹਾਲਤਾਂ ਦੇ ਨਾਲ ਵਿਚਾਰ, ਰਹਿਣ ਸਹਿਣ, ਰੀਤ ਰਿਵਾਜ ਸਭ ਬਦਲਦੇ ਰਹਿੰਦੇ ਹਨ। ਜਿਹੜੀਆਂ ਸੋਚਾਂ ਜੀਵਨ ਦੀ ਟੋਹ ਤੋਂ ਪਛੜ ਜਾਣ, ਵਹਿਮ ਤੇ ਅੰਧ ਵਿਸ਼ਵਾਸ ਬਣ ਜਾਂਦੀਆਂ ਹਨ, ਰਾਹ ਰੋਕ ਖਲੋਂਦੀਆਂ ਹਨ। ਰੱਥਾਂ ਅਤੇ ਕਾਫਲੀਆਂ ਦੇ ਜ਼ਮਾਨੇ ਦੀਆਂ ਸੋਚਾਂ ਭਲਾ ਜੈਟ ਹਵਾਈ ਜਹਾਜ਼ਾਂ ਦੇ ਯੁੱਗ ਵਿੱਚ ਕਿਵੇਂ ਕੰਮ ਆ ਸਕਦੀਆਂ ਹਨ। ਦਿੱਲੀੋਂ ਪ੍ਰਵਾਸ ਕੀਤਿਆਂ ਅਜੇ ਪੂਰਾ 1 ਘੰਟਾ ਵੀ ਨਹੀਂ ਸੀ ਹੋਇਆ ਤੇ ਹੁਣ ਅਸੀਂ ਕਾਬਲ ਸ਼ਹਿਰ ਉੱਪਰ ਮੰਡਲਾ ਰਹੇ ਸਾਂ। ਉਹ ਸਾਰੇ ਪਹਾੜਾਂ ਤੇ ਦਰੇ ਟੋਪੇ ਤੇ ਜਿਨ੍ਹਾਂ ਰਾਹੀਂ ਹਜ਼ਾਰਾਂ ਵਰ੍ਹਿਆਂ ਤੋਂ ਹਮਲਾਵਰ ਹਿੰਦੁਸਤਾਨ ਦਾਖਲ ਹੁੰਦੇ ਅਤੇ ਸਾਡੀ ਕਿਸਮਤ ਬਦਲਦੇ ਰਹੇ। ਰੁੱਖੇ ਦੇ ਬੰਜਰ ਪਹਾੜਾਂ ਨਾਲ ਘਿਰਿਆ ਵੱਡਾ ਸਾਰਾ ਸ਼ਹਿਰ ਸੀ ਕਾਬਲ, ਪਰ ਬਹੁਤਾ ਅਮੀਰ ਨਹੀਂ ਸੀ ਦਿਸ ਰਿਹਾ। ਰਾਵਲਪਿੰਡੀ ਦਾ ਨਾਂ ਸੁਣ ਕੇ ਬਾਲ ਡੰਡਾ ਯੁੱਧਮ ਨੂੰ ਕੇਵਲ ਅਯੂਬ ਖਾਨ ਅਤੇ ਆਉਂਦੀਆਂ ਪਾਕਿਸਤਾਨੀ ਚੋਣਾਂ ਯਾਦ ਆਈਆਂ ਸਨ। ਇਸੇ ਤਰ੍ਹਾਂ ਕਾਬਲ ਉੱਪਰ ਜੀਵਨ ਵਿੱਚ ਪਹਿਲੀ ਵਾਰੀ ਦ੍ਰਿਸ਼ਟੀਪਾਤ ਕਰਦਿਆਂ ਮੈਨੂੰ ਵੀ ਕੇਵਲ ਰਾਜਨੀਤਿਕ ਗੱਲਾਂ ਦਾ ਹੀ ਖਿਆਲ ਆਇਆ। ਨੇਤਾ ਜੀ ਸੁਭਾਸ਼ ਬੋਸ ਅਤੇ ਉਹਨਾਂ ਤੋਂ ਪਹਿਲਾਂ ਅਣਗਿਣਤ ਹੋਰ ਇਨਕਲਾਬੀ ਦੇਸ਼ ਭਗਤ ਹਿੰਦੁਸਤਾਨੋਂ ਕਾਬਲ ਦੇ ਰਸਤੇ ਹੀ ਫਰਾਰ ਹੋਏ ਸਨ। ਕਈਆਂ ਨੂੰ ਇੱਥੇ ਜੇਲ੍ਹਾਂ ਵਿੱਚ ਸੁੱਟਿਆ ਗਿਆ ਸੀ। ਕਿਤੇ ਪੜ੍ਹਿਆ ਸੀ ਕਿ ਇਹ ਜੇਲ੍ਹਾਂ ਬੜੀਆਂ ਭਿਆਨਕ ਹੁੰਦੀਆਂ ਸਨ। ਇੱਧਰੋਂ ਹੀ ਪਹਿਲੀ ਵੱਡੀ ਲਾਮ ਤੋਂ ਬਾਅਦ ਹਜ਼ਾਰਾਂ ਹਿੰਦੁਸਤਾਨੀ ਮੁਸਲਮਾਨ ਹਿਜਰਤ ਕਰਕੇ ਅਰਬ ਅਤੇ ਟਰਕੀ ਵੱਲ ਟੁਰ ਪਏ ਸਨ। ਕੁਝ ਇੱਕ ਐਮਨ ਰॉय ਦੇ ਸੰਗ ਆਮੂ ਦਰਿਆ ਪਾਰ ਕਰਕੇ ਰੂਸ ਜਾ ਵੜੇ ਸਨ ਅਤੇ ਉੱਥੇ ਕਮਿਊਨਿਸਟ ਪਾਰਟੀ ਆਫ ਇੰਡੀਆ ਦੀ ਬੁਨਿਆਦ ਰੱਖੀ ਸੀ। ਕਰਤਾਰ ਸਿੰਘ ਸਰਾਭਾ ਤੋੜ ਕਾਬਲ ਪੁੱਜਿਆ ਹੋਇਆ, ਫਿਰ ਟੁਰ ਪਿਆ ਹਿੰਦ ਵਾਪਸ। ਇਨ੍ਹਾਂ ਹੀ ਰੁੱਖੇ ਪਹਾੜਾਂ ਦੇ ਰਸਤੇ ਫਾਂਸੀ ਦਾ ਫੰਦਾ ਗਲ ਵਿੱਚ ਪਾਉਣ। ਖਾਨ ਅਬਦੁਲ ਗਾਫਰ ਖਾਨ ਵੀ ਅੱਜ ਕੱਲ੍ਹ ਇੱਥੇ ਪਨਾਹ ਗਜ਼ੀਨ ਸਨ। ਮੈਨੂੰ ਉਹ ਦਿਨ ਯਾਦ ਆਏ ਜਦੋਂ ਗੜਵਾਲੀ ਫੌਜੀਆਂ ਨੇ ਪਸ਼ੌਰ ਸ਼ਰਨਾਈ ਖਿਦਮਤਗਾਰਾਂ ਉੱਪਰ ਗੋਲੀ ਚਲਾਉਣੋਂ ਇਨਕਾਰ ਕਰਨ ਦੀ ਖਬਰ ਪਿੰਡੀ ਪੁੱਜੀ ਸੀ। ਬਿਜਲੀ ਵਰਗੀ ਸਨਸਨੀ ਦੌੜ ਗਈ ਸੀ ਸਾਰੇ ਸ਼ਹਿਰ ਵਿੱਚ। ਨਵੀਂ 10ਵੀਂ ਪਾਸ ਕੀਤੀ ਸੀ ਮੈਂ ਉਦੋਂ। ਉਹਨਾਂ ਹੀ ਦਿਨਾਂ ਵਿੱਚ ਜਤਿਨ ਦਾਸ ਜੇਲ੍ਹ ਵਿੱਚ ਭੁੱਖ ਹੜਤਾਲ ਕਰਕੇ ਮੋਇਆ ਸੀ। ਭਗਤ ਸਿੰਘ ਨੇ ਸ਼ਹੀਦੀ ਦਿੱਤੀ ਸੀ। ਕੀ ਵਲਵਲੇ ਸਨ ਉਸ ਜ਼ਮਾਨੇ ਦੇਸ਼ ਭਗਤੀ ਦੇ। ਅਕਸਮਾਤ ਨਵੇਂ ਜ਼ਮਾਨੇ ਦੀ ਦੇਸ਼ ਭਗਤੀ ਸਿਰ ਤੇ ਬੰਬਰ ਵਾਂਗ ਆ ਕੇ ਵੱਜੀ। ਮਾਰਟੀਨੀ ਦੇ ਪੈਸੇ ਅਦਾ ਕਰਨ ਵੇਲੇ ਜਿਉਂ ਹੀ ਮੈਂ ਕੋਟ ਦੀ ਜੇਬ ਵਿੱਚ ਹੱਥ ਪਾਇਆ, ਹੋਸਟੈਸ ਸੁੰਦਰੀ ਹੜਬੜਾ ਕੇ ਬੋਲੀ, ਓਹ ਬਟ ਵੀ ਡੋਂਟ ਐਕਸੈਪਟ ਇੰਡੀਅਨ ਮਨੀ। ਅਸੀਂ ਹਿੰਦੁਸਤਾਨੀ ਪੈਸੇ ਸਵੀਕਾਰ ਨਹੀਂ ਕਰਦੇ। ਕਿਤਨਾ ਤਿਰਸਕਾਰ ਭਰਿਆ ਪਿਆ ਸੀ ਉਸ ਦੇ ਸ਼ਬਦਾਂ ਵਿੱਚ ਹਿੰਦੁਸਤਾਨੀ ਪੈਸੇ ਲਈ। ਪਰ ਉਸ ਇਕੱਲੀ ਨੂੰ ਕੀ ਆਖੀਏ। ਵਿਮਾਨ ਦੇ ਸਾਰੇ ਕਾਰ ਵਿਹਾਰ ਤੋਂ ਹੀ ਤਾਂ ਸਵੈਹੀਨਤਾ ਦੀ ਬੋ ਪਈ ਆਉਂਦੀ ਸੀ। ਇਸ ਸਵੈਹੀਨਤਾ ਦਾ ਇਹ ਵੀ ਤਕਾਜ਼ਾ ਹੈ ਕਿ ਜਿਹੜਾ ਤੁਹਾਡੇ ਦੇਸ਼ ਨਾਲ ਸਭ ਤੋਂ ਜ਼ਿਆਦਾ ਨਫ਼ਰਤ ਕਰੇ, ਉਸ ਨਾਲ ਸਭ ਤੋਂ ਜ਼ਿਆਦਾ ਪਿਆਰ ਕਰੋ ਅਤੇ ਜਿਸ ਦੇਸ਼ ਵਿੱਚ ਤੁਹਾਡੇ ਨਾਲ ਇੱਜ਼ਤ ਅਤੇ ਬਰਾਬਰੀ ਦਾ ਸਲੂਕ, ਉਹਨੂੰ ਅਵਸ਼ ਘਟੀਆ ਸਮਝੋ। ਹੋਸਟੈਸ ਨੂੰ ਜਿਤਨਾ ਰੁਪਈਆ ਨਾ ਪਸੰਦ ਸੀ, ਸ਼ਾਇਦ ਉਤਨਾ ਹੀ ਰੂਸੀ ਰੂਬਲ। ਹਾਂ, ਅਲਬੱਤਾ ਪੌਂਡ ਜਾਂ ਡਾਲਰ ਹੱਥ ਵਿੱਚ ਫੜ ਕੇ ਜ਼ਰੂਰ ਉਸ ਦੀ ਸ਼ਾਨ ਵੱਧਦੀ ਸੀ। ਵਿਮਾਨ ਦੇ ਅਗਲੇ ਭਾਗ ਕੰਧ ਨਾਲ ਲੱਗੇ ਰੈਕ ਉੱਪਰ ਰੰਗ ਬਿਰੰਗੇ ਸਪਤਾਹਿਕ ਅਤੇ ਮਾਸਿਕ ਪੱਤਰ ਚਿੰਨੇ ਹੋਏ ਸਨ। ਸਾਰੇ ਦੇ ਸਾਰੇ ਇੰਗਲਿਸ਼, ਫਰਾਂਸੀਸੀ, ਜਰਮਨ, ਇਟਾਲੀ, ਸਪੇਨੀ ਆਦਿ। ਸੋਵੀਅਤ ਰਸਾਲਾ ਇੱਕ ਵੀ ਨਹੀਂ ਸੀ। ਹਾਲਾਂਕਿ ਇਸ਼ਤਿਹਾਰਾਂ ਵਿੱਚ ਇਸ ਉਡਾਰੀ ਦਾ ਮੁੱਖ ਆਕਰਸ਼ਣ ਮਾਸਕੋ ਘੋਸ਼ਿਤ ਕੀਤਾ ਜਾਂਦਾ ਸੀ। ਸਾਡੇ ਦੇਸ਼ ਨਾਲ ਬਹੁਤ ਹੀ ਡੂੰਘੇ ਦੋਸਤਾਨਾ ਸੰਬੰਧ ਸਨ ਸੋਵੀਅਤ ਯੂਨੀਅਨ ਦੇ। ਫਿਰ ਇਹ ਗੈਰ ਦੋਸਤਾਨਾ ਸਲੂਕ ਕਿਉਂ? ਲਾਊਡ ਸਪੀਕਰ ਦੇ ਪਾਇਲਟ ਦੀ ਆਵਾਜ਼ ਆਈ, ਲੇਡੀਜ਼ ਐਂਡ ਜੈਂਟਲਮੈਨ, ਵੀ ਸ਼ੈਲ ਕ੍ਰਾਸ ਇਨਟੂ ਰਸ਼ੀਆ ਇਨ 30 ਮਿੰਟਸ। ਦੇਵੀਓ ਤੇ ਸੱਜਣੋ, ਸਾਡਾ ਵਿਮਾਨ ਅੱਧੇ ਘੰਟੇ ਅੰਦਰ ਰੂਸ ਵਿੱਚ ਪ੍ਰਵੇਸ਼ ਕਰ ਜਾਏਗਾ। ਰਾਜਨੀਤਿਕ ਅਤੇ ਭੂਗੋਲਕ ਦੋਵਾਂ ਲਿਹਾਜ਼ਾਂ ਨਾਲ ਇਹ ਐਲਾਨ ਗਲਤ ਸੀ। ਸਾਰੇ ਸੋਵੀਅਤ ਯੂਨੀਅਨ ਨੂੰ ਰੂਸ ਨਹੀਂ ਕਿਹਾ ਜਾ ਸਕਦਾ। ਰੂਸ ਸੋਵੀਅਤ ਯੂਨੀਅਨ ਦੇ 16 ਜਨਤੰਤਰਾਂ ਵਿੱਚੋਂ ਕੇਵਲ ਇੱਕ ਦਾ ਹੀ ਨਾਂ ਹੈ ਅਤੇ ਉਸ ਦੀਆਂ ਸੀਮਾਵਾਂ ਦੇ ਨੇੜੇ ਪਹੁੰਚਣ ਨੂੰ ਅੱਧਾ ਘੰਟਾ ਨਹੀਂ, ਹਜੇ 2.5 ਘੰਟੇ ਪਏ ਹੋਏ ਸਨ। ਇੰਗਲੈਂਡ, ਫਰਾਂਸ ਆਦਿ ਬਾਰੇ ਜੇ ਜ਼ਰਾ ਜਿਤਨੀ ਵੀ ਗਲਤੀ ਕਰ ਜਾਣ ਤਾਂ ਏਅਰ ਇੰਡੀਆ ਦੇ ਪਾਇਲਟ ਬੜੀ ਸਖਤ ਨਾਮੋਸ਼ੀ ਮਹਿਸੂਸ ਕਰਦੇ ਹਨ। ਪਰ ਸੋਵੀਅਤ ਯੂਨੀਅਨ ਜਾਂ ਹਿੰਦੁਸਤਾਨ ਬਾਰੇ ਆਪਣੀ ਨਾਵਾਕਫੀ ਦਾ ਪ੍ਰਦਰਸ਼ਨ ਕਰਨਾ ਉਹਨਾਂ ਦੀ ਵਡਿਆਈ ਨੂੰ ਸਿੱਧ ਕਰਦਾ ਹੈ। ਫਿਰ ਹੈਰਾਨਗੀ ਦੀ ਕੀ ਗੱਲ ਕਿ ਮੁਸਾਫਰਾਂ ਵਿੱਚ ਰੂਸੀਆਂ ਦੀ ਸੰਖਿਆ ਨਾ ਹੋਣ ਦੇ ਬਰਾਬਰ ਸੀ।
ਮਾਰਟੀਨੀ ਦਾ ਕੁਝ ਨਸ਼ਾ ਜਿਹਾ ਚੜ੍ਹਨ ਲੱਗ ਪਿਆ। ਹਵਾਈ ਜਹਾਜ਼ ਦੀ ਕੁਰਸੀ ਤੇ ਬੈਠਾ ਜਿਵੇਂ ਹਵਾਈ ਜਹਾਜ਼ ਦੀ ਕੁਰਸੀ ਤੇ ਨਹੀਂ, ਇੱਕ ਕਿਸ਼ਤੀ ਵਿੱਚ ਬੈਠਾ ਬੇਖਬਰੀ ਤੇ ਅਸੀਮ ਰੂਪ ਹਰੀ ਸਰੋਵਰ ਉੱਪਰ ਠਿੱਲ ਪਿਆ ਹੋਵਾਂ। ਇਹ ਅਗਲੇ 20 ਦਿਨ ਬੇਖਬਰੀ ਵਿੱਚ ਹੀ ਲੰਘਣਗੇ। ਮਾਸਕੋ ਪਹੁੰਚ ਕੇ ਵਿਮਾਨ ਧਰਤ ਉੱਪਰ ਲੱਥ ਜਾਏਗਾ, ਪਰ ਮੇਰਾ ਦਿਮਾਗ ਨਹੀਂ। ਉਹ ਧਰਤ ਉੱਪਰ ਲੱਥੇਗਾ ਕੇਵਲ ਬੰਬਈ ਵਾਪਸ ਪੁੱਜ ਕੇ। ਗਗਨਾਂ ਵਿੱਚ ਇੱਕ ਜ਼ਰੇ ਵਾਂਗਰ ਉੱਡ ਰਿਹਾ ਸੀ ਹਵਾਈ ਜਹਾਜ਼। ਕੀਤਾ ਪਸਾਓ ਏਕੋ ਕਵਾਓ, ਜਿਸਤੇ ਹੋਏ ਲਖ ਦਰਿਆਓ। ਜਪਜੀ ਦਾ ਵਾਕ ਮੇਰੇ ਕੰਨਾਂ ਵਿੱਚ ਗੂੰਜਣ ਲੱਗ ਪਿਆ। ਕੁੰਡਲੀਆਂ ਮਾਰਦਾ ਥੱਲੇ ਇੱਕ ਦਰਿਆ ਚਲਿਆ ਜਾ ਰਿਹਾ ਸੀ। ਹਰਿਆਵਲ ਸੀ ਉਸਦੇ ਦੋਨਾਂ ਪਾਸੇ, ਪਰ ਅੱਗੇ ਰੇਗਿਸਤਾਨ, ਰੁੰਡ-ਮੁੰਡ ਪਹਾੜ, ਪਹਾੜਾਂ ਦੇ ਦਾਮਨ ਵਿੱਚ ਵੀ ਕਿਤੇ-ਕਿਤੇ ਨਿੱਕੇ-ਨਿੱਕੇ ਨਖਲਿਸਤਾਨ, ਜਿਵੇਂ ਲੱਦਾਖ ਦੀਆਂ ਘਾਟੀਆਂ ਵਿੱਚ ਵੇਖੇ ਸਨ। ਉੱਥੋਂ ਵਰਗੇ ਹੀ ਫਲ ਫੁੱਲ ਹੁੰਦੇ ਹੋਣਗੇ ਇੱਥੇ, ਪਰ ਨਹੀਂ। ਇਹ ਤਾਂ ਵਧੀਆ ਤੋਂ ਵਧੀਆ ਅਨਾਰਾਂ, ਤਰਬੂਜਾਂ ਅਤੇ ਖਰਬੂਜਿਆਂ ਦਾ ਘਰ ਸੀ। ਬਾਬਰ ਬਾਦਸ਼ਾਹ ਦੀਆਂ ਹਸਰਤਾਂ ਹਿੰਦੁਸਤਾਨ ਵਿੱਚ ਰਹਿੰਦਿਆਂ ਇੱਥੋਂ ਦਿਆਂ ਨਖਲਿਸਤਾਨਾਂ ਲਈ ਹੀ ਤਾਂ ਤੜਪਦੀਆਂ ਸਨ, ਪਰ ਫਲ ਫੁੱਲ ਤੋਂ ਛੁੱਟ ਇਹਨਾਂ ਬਿਆਬਾਨਾਂ ਵਿੱਚ ਹੋਰ ਕੋਈ ਦੌਲਤਾਂ ਨਹੀਂ ਸਨ। ਇਸੇ ਲਈ ਤਾਂ ਰਾਤੀ ਸਾਰੀ ਹਿੰਦੁਸਤਾਨ ਵੱਲ ਉੱਠ ਦੌੜਦਾ ਸੀ। ਸੁਖਾਲੇ ਵਸਨ ਅਤੇ ਤਹਿਜ਼ੀਬ ਦੇ ਕੋਟ ਉਸਾਰਨ ਯੋਗ ਇਲਾਕਾ ਨਹੀਂ ਸੀ ਇਹ। ਇੱਥੋਂ ਦੇ ਆਦਮੀ ਦਾ ਸਿਰਲੱਥ, ਬਲਵਾਨ ਅਤੇ ਚਾਲਬਾਜ਼ ਹੋਣਾ ਸੁਭਾਵਕ ਸੀ। ਜਹਾਜ਼ ਦੇ ਅੰਦਰ ਬਾਹਰ ਵਾਕਫੀਆਂ ਬਣੀਆਂ ਤੇ ਨਿੱਘੀਆਂ ਹੋਣੀਆਂ ਸ਼ੁਰੂ ਹੋ ਗਈਆਂ ਸਨ। ਲੋਕੀ ਉੱਠ ਕੇ ਇੱਕ ਦੂਜੇ ਕੋਲ ਜਾਂਦੇ। ਇੱਕ ਕੇਰਲੀ ਪੱਤਰਕਾਰ ਗਿਆਨੀ ਜੀ ਤੋਂ ਪੁੱਛ ਰਿਹਾ ਸੀ ਕੀ ਪੀਣਗੇ, ਵਿਸਕੀ ਜਾਂ ਬੀਅਰ, ਤੇ ਉਹ ਹੱਥ ਜੋੜ ਕੇ ਕਹਿ ਰਹੇ ਸਨ, ਪੀ तो नहीं पर आपके साथ बैठ ज़रूर सकता हूँ। हम खद्दड़ पहनने वाले आदमी जो हुए भाई, हमारे ऊपर डिसिप्लिन है। ਰੇਗਿਸਤਾਨਾਂ ਅਤੇ ਨਖਲਿਸਤਾਨਾਂ ਵਿੱਚ ਕਿਤੇ-ਕਿਤੇ ਸਨਅਤੀ ਵਸੋਂ ਦੇ ਆਸਾਰ ਦਿਖਾਈ ਦੇਣ ਲੱਗ ਪਏ ਸਨ। ਰੇਲਾਂ, ਸੜਕਾਂ, ਥਾਂ-ਥਾਂ 'ਤੇ ਤੰਬੂਆਂ ਦੀਆਂ ਕਰਤਾਰਾਂ, ਇੱਕ ਥਾਂ ਸ਼ਹਿਰਾਂ ਦੀ ਚੌੜੀ ਛਾਤੀ ਤੇ ਆਰ-ਪਾਰ ਲੀਕ ਜਿਹੀ ਖਿੱਚੀ ਹੋਈ ਸੀ। ਕੀ ਇਹ ਸੜਕ ਸੀ ਜਾਂ ਪਾਣੀ ਦੀ ਨਹਿਰ? ਕੀ ਅਸੀਂ ਸੋਵੀਅਤ ਯੂਨੀਅਨ ਦਾਖਲ ਹੋ ਚੁੱਕੇ ਸਾਂ ਜਾਂ ਅਜੇ ਅਫਗਾਨਿਸਤਾਨ ਹੀ ਚੱਲ ਰਿਹਾ ਸੀ? ਇਸ ਇਲਾਕੇ ਨੂੰ ਵੇਖ ਕੇ ਬਾਰ-ਬਾਰ ਲੱਦਾਖ ਯਾਦ ਆਉਂਦਾ ਸੀ। ਕਿਸੇ ਨੇ ਦੱਸਿਆ ਸੀ ਕਿ ਲੱਦਾਖ ਵੀ ਗੋਬੀ ਸ਼ਹਿਰਾਂ ਦਾ ਵਾਧੂ ਪਸਾਰਾ ਹੈ, ਤਾਂ ਹੀ ਇਹ ਦੇਸ਼ ਗੋਬੀ ਸ਼ਹਿਰਾਂ ਅਖਵਾਉਂਦਾ ਹੈ। ਦਿਲ ਕੀਤਾ ਗਿਆਨੀ ਜੀ ਤੋਂ ਫੇਰ ਨਕਸ਼ਾ ਮੰਗਾ, ਪਰ ਉਹ ਕੇਰਲੀਆ ਨਾਲ ਗੱਪਾਂ ਮਾਰ ਰਹੇ ਸਨ। ਗੋਪਾਲਨ ਮੇਰੇ ਕੋਲ ਆ ਬੈਠਾ ਸੀ ਅਤੇ ਮੇਰੇ ਨਾਂ ਨੁੱਕਰ ਕਰਨ ਦੇ ਬਾਵਜੂਦ ਉਹਨੇ ਭਰਿਆ ਹੋਇਆ ਗਲਾਸ ਬੀਅਰ ਦਾ ਮੈਨੂੰ ਥਮਾ ਦਿੱਤਾ ਸੀ। ਗੋਪਾਲਨ ਨੇ ਅੱਜ ਤੀਕਰ ਕਦੇ ਬਰਫਾਂ ਨਹੀਂ ਸਨ ਵੇਖੀਆਂ। ਉਫਕ ਤੇ ਬਰਫਾਨੀ ਪਹਾੜਾਂ ਨੂੰ ਵੇਖ ਕੇ ਉਹ ਕੈਮਰਾ ਸੋਧ ਰਿਹਾ ਸੀ ਤੇ ਫਿਰ ਵਿਮਾਨ ਇਹਨਾਂ ਬਰਫਾਨੀ ਸਿਖਰਾਂ ਉੱਪਰ ਤੈਰਨ ਲੱਗ ਪਿਆ। ਕਈ ਟੀਸੀਆਂ ਥੱਲੇ ਐਨ ਨੇੜੇ ਜਾਪਦੀਆਂ ਸਨ। ਜਹਾਜ਼ ਕਮ ਸੇ ਕਮ 30,000 ਫੁੱਟ ਦੀ ਬੁਲੰਦੀ 'ਤੇ ਸੀ। ਇਸ ਤੋਂ ਗਿਆਤ ਹੁੰਦਾ ਸੀ ਕਿ 20,000 ਦੀ ਉਚਾਈ ਤਾਂ ਇਹਨਾਂ ਚੋਟੀਆਂ ਵਿੱਚੋਂ ਕਈ ਇੱਕ ਦੀ ਹੋਵੇਗੀ, ਪਰ ਇਸ ਦੇ ਬਾਵਜੂਦ ਕੱਚੇ ਪਹਾੜ ਜਾਪਦੇ ਸਨ ਇਹ, ਜਿਵੇਂ ਕੇਵਲ ਰੇਤ ਮਿੱਟੀ ਦੇ ਵੱਡੇ ਢੇਰ ਹੋਣ। ਕਈ ਅਧੂਰੇ ਤੇ ਤਰਾਸ਼ੇ ਜਿਹੇ, ਜਿਵੇਂ ਤਲਵਾਰ ਦਾ ਵਾਰ ਕਰਕੇ ਕਿਸੇ ਨੇ ਪਾਸਾ ਲਾ ਸੁੱਟਿਆ ਹੋਵੇ। ਟੀਸੀਆਂ ਤੇ ਬਰਫ਼ ਦਾ ਬਸ ਧੂੜਾ ਜਿਹਾ, ਜਿਵੇਂ ਕੇਕ ਉੱਪਰ ਖੰਡ ਛਿੜਕੀ ਹੋਈ ਹੋਵੇ। ਠੰਡੀਆਂ ਹਵਾਵਾਂ ਸ਼ੁਮਾਲ ਵੱਲੋਂ ਆਉਂਦੀਆਂ ਹੋਣਗੀਆਂ ਜਿੱਧਰ ਨੂੰ ਅਸੀਂ ਜਾ ਰਹੇ ਸਾਂ। ਇਸੇ ਕਰਕੇ ਪਿੱਛੇ ਮੁੜ ਕੇ ਵੇਖਿਆ, ਪਹਾੜਾਂ ਦੇ ਨੰਗੇ ਤੇ ਖੁਰੇ ਹੋਏ ਪਾਸੇ ਦਿਸਦੇ ਸਨ। ਪਿੱਛੇ ਆ ਕੇ ਗਿਆਨੀ ਜੀ ਨੇ ਮੈਨੂੰ ਕਿਹਾ, ਸਾਨੀ ਸਾਹਿਬ, ਹਵਾ ਦਿਸਦੀ ਜੇ? ਮੈਂ ਸਮਝ ਨਾ ਸਕਿਆ ਕੀ ਕਹਿ ਰਹੇ ਨੇ। ਫਿਰ ਉਹਨਾਂ ਦੇ ਇਸ਼ਾਰੇ ਤੇ ਪਿੱਛੇ ਵੱਲ ਵੇਖਿਆ। ਹਵਾਈ ਜਹਾਜ਼ ਦੇ ਜੈਟ ਇੰਜਨਾਂ ਵਿੱਚੋਂ ਆਜ਼ਾਦ ਹੁੰਦੀ ਹਵਾ ਬਰਫਾਨੀ ਚੋਟੀਆਂ ਉੱਪਰ ਦੁੱਧ ਚਿੱਟੇ ਬੱਦਲ ਬਣ ਕੇ ਫੈਲਣ ਲੱਗ ਪਈ ਸੀ। ਇਸ ਤੋਂ ਬਾਹਰ ਦੀ ਠੰਡ ਦਾ ਵੀ ਅਨੁਮਾਨ ਹੁੰਦਾ ਸੀ। ਫਿਰ ਇੱਕ ਵਾਦੀ ਆਈ, ਅਸੂਦਾ, ਖੁਸ਼ਹਾਲ, ਬਣੀ ਸੰਵਰੀ। ਹੁਣ ਤਾਂ ਅਵਸ਼ ਅਸੀਂ ਸੋਵੀਅਤ ਯੂਨੀਅਨ ਵਿੱਚ ਦਾਖਲ ਹੋ ਚੁੱਕੇ ਹੋਵਾਂਗੇ। ਐਨ ਉਸੇ ਵੇਲੇ ਕਪਤਾਨ ਨੇ ਲਾਊਡ ਸਪੀਕਰ ਤੇ ਆਵਾਜ਼ ਆਈ, We are passing the city of Samarkand on our right. Samarkand is in Russia? ਗਿਆਨੀ ਜੀ ਨੇ ਪੁੱਛਿਆ। ਹਾਂਜੀ, ਸਮਰਕੰਦ, ਗਜ਼ਨੀ, ਬੁਖਾਰਾ, ਇਹ ਸਾਰੀਆਂ ਥਾਵਾਂ ਸੋਵੀਅਤ ਯੂਨੀਅਨ ਵਿੱਚ ਹੀ ਤਾਂ ਹਨ। ਸੁਰਖ ਇਨਕਲਾਬ ਤੋਂ ਪਹਿਲਾਂ ਇਹ ਰੂਸ ਦੇ ਜ਼ਾਰ ਦੀ ਸਲਤਨਤ ਸਨ, ਜਿਵੇਂ ਅਸੀਂ ਬ੍ਰਿਟਿਸ਼ ਬਾਦਸ਼ਾਹ ਦੀ ਰਈਅਤ ਸਾਂ।
ਪਰ ਇਨਕਲਾਬ ਤੋਂ ਬਾਅਦ ਰੂਸੀਆਂ ਨੇ ਇਹਨਾਂ ਏਸ਼ੀਆਈ ਮੁਸਲਿਮ ਕੌਮਾਂ ਨੂੰ ਆਪਣੇ ਬਰਾਬਰ ਦਾ ਦਰਜਾ ਦੇ ਕੇ ਉਠਾ ਲਿਆ। ਬਾਬਰ ਇਸੇ ਦੇਸ਼ ਦਾ ਹੀ ਤਾਂ ਆਦਮੀ ਸੀ। ਉਜ਼ਬੇਕ ਅਖਵਾਉਂਦੇ ਹਨ ਇੱਥੋਂ ਦੇ ਲੋਕ। ਆਹੋ ਸੱਚ ਤਾਸ਼ਕੰਦ ਹੁਣ ਆਇਆ ਯਾਦ, ਆਹੋ ਸੱਚ ਤਾਸ਼ਕੰਦ ਹੁਣ ਆ ਗਿਆ ਯਾਦ। ਇੱਥੋਂ ਦੇ ਕੁਝ ਲੋਕੀ ਆਏ ਸਨ ਸਾਡੇ ਪੰਜਾਬ, ਬਿਲਕੁਲ ਸਾਡੇ ਵਰਗੇ ਲੋਕ ਨੇ ਇਹ ਤੇ। ਉਹਨਾਂ ਮੈਨੂੰ ਤਾਸ਼ਕੰਦ ਆਉਣ ਦੀ ਦਾਵਤ ਵੀ ਦਿੱਤੀ ਸੀ। ਤੁਹਾਡਾ ਕੀ ਖਿਆਲ ਹੈ, ਸਾਨੂੰ ਤਾਸ਼ਕੰਦ ਵਿਖਾਲਣਗੇ? ਇਹ ਤਾਂ ਮਾਸਕੋ ਪੁੱਜ ਕੇ ਹੀ ਪਤਾ ਲੱਗੇਗਾ। ਬਹੁਤਾ ਸਰਸਬਜ਼ ਇਲਾਕਾ ਇਹ ਵੀ ਨਹੀਂ ਸੀ। ਉਸੇ ਤਰ੍ਹਾਂ ਰੇਗਿਸਤਾਨਾਂ ਵਿੱਚ ਸਬਜ਼ਾਜ਼ਾਰਾਂ ਚਿੰਨੀਆਂ ਹੋਈਆਂ, ਪਰ ਥਾਂ-ਥਾਂ ਤਗੜੀ ਇਨਸਾਨੀ ਕੀਰਤ ਤੇ ਨਿਸ਼ਾਨ ਵੀ ਦਿਸਦੇ ਪਏ ਸਨ। ਕੁਦਰਤ ਅੱਗੇ ਹਾਰਿਆ ਤੇ ਮੁਹਤਾਜ ਨਹੀਂ, ਸਗੋਂ ਜਿੱਤਿਆ ਹੋਇਆ ਤੇ ਬਲਵਾਨ ਜਾਪਦਾ ਸੀ ਆਦਮੀ ਇੱਥੋਂ ਦਾ। ਰੇਤੇ ਉੱਪਰ ਅਨੇਕਾਂ ਲਕੀਰਾਂ ਖਿੱਚੀਆਂ ਹੋਈਆਂ, ਜਿਵੇਂ ਕੋਈ ਨਕਸ਼ਾ ਹੋਵੇ। ਭਲਾ ਇੱਥੋਂ ਦਾ ਸੋਵੀਅਤ ਇਨਸਾਨ ਕਿਹੋ ਜਿਹਾ ਹੋਵੇਗਾ? ਮੈਂ ਸੋਚਿਆ ਕਿ ਉਹਨੇ ਪੁਰਾਣੇ ਸੰਸਕਾਰਾਂ ਦਾ ਜੂਲਾ ਪੂਰੀ ਤਰ੍ਹਾਂ ਮੋਢਿਆਂ ਤੋਂ ਲਾ ਸੁੱਟਿਆ ਹੋਵੇਗਾ। ਅੱਜ ਤੋਂ 1500 ਸਾਲ ਪਹਿਲਾਂ ਇਸੇ ਰਾਹੋਂ ਲੰਘਦਾ ਚੀਨੀ ਯਾਤਰੂ ਯੂਆਨ ਸਾਂਗ ਹਿੰਦੁਸਤਾਨ ਗਿਆ ਸੀ। ਸਮਰਕੰਦ ਬਾਰੇ ਉਹਨੇ ਲਿਖਿਆ, ਸੁਤ੍ਰਿਸ਼ਨ ਦੇਸ਼ ਦੇ ਉੱਤਮ ਪੱਛਮ ਵੱਲ ਬੰਦਾ ਇੱਕ ਮਹਾਨ ਮਾਰੂਥਲ ਵਿੱਚ ਪ੍ਰਵੇਸ਼ ਕਰਦਾ ਹੈ, ਜਿਸ ਵਿੱਚ ਨਾ ਪਾਣੀ ਹੈ ਨਾ ਸਬਜ਼ਾ, ਕੇਵਲ ਪਹਾੜੀਆਂ ਜਾਂ ਮੁਰਦਿਆਂ ਦੇ ਕਰੰਗਾਂ ਨੂੰ ਵੇਖ ਵੇਖ ਕੇ ਬੰਦਾ ਆਪਣੀ ਸੇਧ ਲੱਭਦਾ ਹੈ। 500 ਲੀ ਦੇ ਲਗਭਗ ਟੁਰ ਕੇ ਸਾਮਾਈਕਾਨ ਸਮਰਕੰਦ ਪਹੁੰਚੀਦਾ ਹੈ। ਚੀਨ ਵੱਲ ਜਾਂਦਿਆਂ ਬੌਧ ਭਿਕਸ਼ੂ ਧਰਮਗੁਪਤ ਨੇ ਇੱਥੋਂ ਹੀ ਆਸ਼ੀਲੇਯੂ ਆਸ਼ਚਰਜ ਮੱਠ ਵਿੱਚ ਨਿਵਾਸ ਕੀਤਾ ਸੀ। ਉਸ ਜ਼ਮਾਨੇ ਇਹ ਸਾਰੇ ਦਾ ਸਾਰਾ ਇਲਾਕਾ ਬੌਧ ਸੀ। ਤੁਸੀਂ ਸੁਣ ਰਹੇ ਸੀ ਮੇਰਾ ਰੂਸੀ ਸਫ਼ਰਨਾਮਾ ਬਲਰਾਜ ਸਾਨੀ ਜੀ ਦਾ। ਅੱਜ ਇੰਨਾ ਹੀ।